ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਇਮਰਾਨ ਖਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਨਾਲ ਜੁੜੀਆਂ ਅਹਿਮ ਤੇ ਵੱਡੀਆਂ ਖਬਰਾਂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕਿ ਵੋਟਾਂ ਪੈਣ ਤੋਂ ਬਾਅਦ ਠੰਡ ਢੰਡੋਰਾ ਜ਼ਰੂਰ ਹੋਇਆ ਸੀ, ਪਰ ਨਤੀਜਿਆਂ ਤੋਂ 3 ਦਿਨ ਪਹਿਲਾਂ ਹੀ ਸਿਆਸਤ ਗਰਮਾ ਚੁੱਕੀ ਆ। ਰਜਿੰਦਰ ਕੌਰ ਭੱਠਲ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਸੀ। ਉਸ ਬਿਆਨ ਤੋਂ ਬਾਅਦ ਹਾਈ ਕਮਾਨ ਦੇ ਵੱਲੋਂ ਕੀ ਪਲਟਵਾਰ ਕੀਤਾ ਗਿਆ, ਹਾਈ ਕਮਾਨ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ। ਕੀ ਉਹ ਫੈਸਲਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਨਾਲ ਗੱਲਬਾਤ ਕਰਾਂਗੇ ਚਰਨਜੀਤ ਸਿੰਘ ਚੰਨੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰ ਰਹੇ ਨੇ। ਇਹ ਮੁਲਾਕਾਤ ਗੱਠਜੋੜ ਨੂੰ ਲੈ ਕੇ ਹੋ ਰਹੀ ਆ ਜਾਂ ਇਸ ਦੇ ਪਿੱਛੇ ਕਾਰਨ ਹੋਰ ਆ ਕੋਈ, ਇਸ ਸਾਰੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਨਾਲ ਗੱਲਬਾਤ ਕਰਾਂਗੇ ਮਹਾਰਾਣੀ ਪ੍ਰਨੀਤ ਕੌਰ ਦੇ ਵੱਲੋਂ ਹੁਣ ਵੱਡਾ ਧਮਾਕਾ ਕਰ ਦਿੱਤਾ ਗਿਆ। ਕੀ ਆ ਉਹ ਧਮਾਕਾ, ਨਤੀਜਿਆਂ ਤੋਂ ਪਹਿਲਾਂ ਕਿਹੜੀ ਪਾਰਟੀ ਨੂੰ ਵੱਡਾ ਨੁਕਸਾਨ ਹੋਣ ਜਾ ਰਿਹਾ, ਸਾਰੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਡਾਕਟਰ ਭੀਮ ਸਿੰਘ ਸਿਆਸੀ ਮਾਹਰ, ਜੋ ਕਿ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਡਾਕਟਰ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ 'ਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਖਾਨ ਸਾਹਿਬ। ਡਾਕਟਰ ਸਾਹਿਬ, ਵੋਟਾਂ ਤੋਂ ਬਾਅਦ ਠੰਡ ਢੰਡੋਰਾ ਜ਼ਰੂਰ ਹੋਇਆ ਸੀ, ਪਰ ਨਤੀਜਿਆਂ ਤੋਂ 2-3 ਦਿਨ ਪਹਿਲਾਂ ਹੀ ਸਿਆਸਤ ਬੜੀ ਗਰਮਾ ਚੁੱਕੀ ਆ। ਸਿਆਸਤ ਗਰਮਾਉਣ ਦੇ ਪਿੱਛੇ ਵੱਡੇ ਬਿਆਨ ਕਾਰਨ ਨੇ ਕਿ ਵੱਡੇ ਬਿਆਨ ਆ ਰਹੇ ਨੇ, ਭਾਵੇਂ ਕਿ ਉਹ ਕਾਂਗਰਸ ਦੇ ਆਪਣੇ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਨੇ। ਰਜਿੰਦਰ ਕੌਰ ਭੱਠਲ ਦੇ ਬਿਆਨ ਦੇ ਉੱਤੇ ਹੁਣ ਸਿਆਸਤ ਦੇ ਵਿੱਚ ਉਥਲ-ਪੁਥਲ ਦੇਖਣ ਨੂੰ ਮਿਲ ਰਿਹਾ। ਹਰੀਸ਼ ਚੌਧਰੀ ਕਹਿੰਦੇ ਕਿ ਸਾਡੇ ਵੱਲੋਂ ਤਾਂ ਕੋਈ ਅਜਿਹੀ ਹਲੇ ਗੱਲਬਾਤ ਨਹੀਂ, ਰਜਿੰਦਰ ਕੌਰ ਭੱਠਲ ਦਾ ਨਿੱਜੀ ਮਾਮਲਾ ਹੋ ਸਕਦਾ, ਕੋਈ ਨਿੱਜੀ ਬਿਆਨ ਹੋ ਸਕਦਾ ਜਿਹੜਾ ਰਜਿੰਦਰ ਕੌਰ ਭੱਠਲ ਨੇ ਦਿੱਤਾ ਸੀ ਬਿਆਨ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਹੋ ਸਕਦਾ। ਇਹਨਾਂ ਬਿਆਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ? ਖਾਨ ਸਾਹਿਬ ਦੇਖੋ, ਇਹਨਾਂ ਬਿਆਨਾਂ ਦੇ ਵਿੱਚ ਕਾਫੀ, ਜਿਵੇਂ ਤੁਸੀਂ ਕਿਹਾ ਕਿ ਗਰਮੈਸ਼ ਹੈ, ਔਰ ਵੱਡਾ ਕਾਰਨ ਇਹੀ ਹੈ ਕਿ ਠੰਡ ਦੇ ਵਿੱਚ ਵੋਟਾਂ ਪਈਆਂ ਸੀਗੀਆਂ, ਔਰ ਹੁਣ ਜਿਉਂ-ਜਿਉਂ ਗਰਮੈਸ਼ ਫੜਦੀ ਜਾ ਰਹੀ ਹੈ ਮੌਸਮ ਦੇ ਵਿੱਚ, ਤਿਉਂ ਜਿਹੜਾ ਸਿਆਸੀ ਮੌਸਮ ਹੈ ਉਹ ਵੀ ਗਰਮਾ ਰਿਹਾ, ਔਰ ਖਾਸ ਤੌਰ ਤੇ 10 ਤਰੀਕ ਤੋਂ ਪਹਿਲਾਂ ਤਾਂ ਪੂਰੀ ਤਰ੍ਹਾਂ ਗਰਮਾ ਚੁੱਕਿਆ। ਔਰ ਇਹਦਾ ਵੱਡਾ ਕਾਰਨ ਇਹੀ ਹੈ ਕਿ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਰਜਿੰਦਰ ਕੌਰ ਭੱਠਲ ਦਾ ਜਿਹੜਾ ਬਿਆਨ ਆਇਆ ਸੀਗਾ, ਔਰ ਇਹ ਬਿਆਨ ਇਹੀ ਸੀਗਾ ਕਿ ਅਸੀਂ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਕਰ ਲਈਏ, ਯਾਨੀ ਕਿ ਜਿਹੜੀ 22 ਦੀਆਂ ਚੋਣਾਂ ਜਿਹੜੀਆਂ ਹੋਈਆਂ ਨੇ ਉਹਨਾਂ ਤੋਂ ਬਾਅਦ। ਸੋ ਜੇਕਰ ਇਹ ਗੱਠਜੋੜ ਹੁੰਦਾ ਹੈ ਤਾਂ ਇਸ ਵੇਲੇ ਚਿੰਤਾ ਜਿਹੜੀ ਲੱਗੀ ਹੋਈ ਹੈ ਕਾਂਗਰਸ ਨੂੰ ਜਾਂ ਕਾਂਗਰਸ ਦੀ ਹਾਈ ਕਮਾਂਡ ਨੂੰ ਜਾਂ ਹਰੀਸ਼ ਚੌਧਰੀ ਜੀ ਨੂੰ, ਉਹ ਇਹੀ ਹੈ ਕਿ ਜਿਹੜਾ ਹਾਲ ਦਿੱਲੀ ਦੇ ਵਿੱਚ ਕਿਸੇ ਵੇਲੇ ਹੋਇਆ ਸੀਗਾ, ਔਰ ਤੁਹਾਨੂੰ ਯਾਦ ਹੋਏਗਾ, ਦਰਸ਼ਕਾਂ ਨੂੰ ਵੀ ਯਾਦ ਹੋਏਗਾ ਕਿ ਦਿੱਲੀ ਦੇ ਵਿੱਚ ਜਦੋਂ ਪਹਿਲੀ ਵਾਰੀ ਸਰਕਾਰ ਬਣੀ ਸੀ ਆਮ ਆਦਮੀ ਪਾਰਟੀ ਦੀ, ਕੇਜਰੀਵਾਲ ਜੀ 28 ਸੀਟਾਂ ਲੈ ਕੇ ਪਹਿਲੀ ਵਾਰ ਮੁੱਖ ਮੰਤਰੀ ਬਣੇ ਸੀਗੇ। ਉਸ ਵੇਲੇ ਗੱਠਜੋੜ ਉਹਨਾਂ ਨੇ ਕਾਂਗਰਸ ਦੇ ਨਾਲ ਹੀ ਕੀਤਾ ਸੀਗਾ, ਔਰ ਨਤੀਜਾ ਕੀ ਨਿਕਲਿਆ ਉਸ ਗੱਠਜੋੜ ਦਾ? ਉਸ ਗੱਠਜੋੜ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਤੱਕ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਏਗਾ ਕਿ ਕਾਂਗਰਸ 0 ਤੇ ਰਹੀ ਹੈ। ਹੁਣ ਵੀ ਜਿਹੜੀ ਹੈਗੀ ਆ ਉੱਥੇ 0 ਤੋਂ ਪਾਰ ਅੰਕੜਾ ਉਹ ਕਰ ਨਹੀਂ ਪਾਈ, ਔਰ ਇਹੀ ਦੁੱਖ ਜਿਹੜਾ ਹੈਗਾ ਵੱਡਾ ਕਾਰਨ ਹੈ ਕਿ ਹਰੀਸ਼ ਚੌਧਰੀ ਹੋਰਾਂ ਦਾ ਬਿਆਨ ਆਇਆ, ਔਰ ਉਹਨਾਂ ਨੂੰ ਇਹੀ ਲੱਗਿਆ ਹੈ ਕਿ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਨਹੀਂ ਕਰ ਸਕਾਂਗੇ, ਕਿਉਂਕਿ ਜੋ ਦਿੱਲੀ ਦਾ ਹਾਲ ਹੋਇਆ ਉਹ ਕਿਤੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਕਾਂਗਰਸ ਦਾ ਹਾਲ ਨਾ ਹੋ ਜਾਏ। ਸੋ ਇੱਕ ਦਾ ਵੱਡਾ ਕਾਰਨ ਇਹਦਾ ਇਹੀ ਹੈ। ਦੂਜਾ ਵੱਡਾ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਹਾਈ ਕਮਾਂਡ ਹੋਵੇ, ਚਾਹੇ ਪੰਜਾਬ ਦੀ ਕਾਂਗਰਸ ਦੇ ਆਮ ਜਿਹੜੇ ਲੀਡਰ ਹੋਣ ਜਾਂ ਵੱਡੇ ਲੀਡਰ ਹੋਣ ਜਾਂ ਛੋਟੇ ਲੀਡਰ ਹੋਣ, ਉਹਨਾਂ ਦੇ ਵਿੱਚ ਇਕਸਾਰਤਾ ਵੇਖਣ ਨੂੰ ਨਜ਼ਰ ਨਹੀਂ ਆ ਰਹੀ। ਉਹਨਾਂ ਦੀ ਬਿਆਨਬਾਜ਼ੀ, ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੁੱਲੋ ਸਾਹਿਬ ਦਾ ਬਿਆਨ ਸੁਣੇ ਹੋਣਗੇ, ਔਰ ਉਹ ਵੀ ਇਹੀ ਗੱਲ ਬਾਰ-ਬਾਰ ਕਹਿ ਰਹੇ ਸੀਗੇ ਕਿ ਟਿਕਟਾਂ ਦੀ ਜਿਹੜੀ ਵੰਡ ਹੋਈ ਹੈ ਬਹੁਤ ਗਲਤ ਹੋਈ ਹੈ, ਔਰ ਆਪਣੀ ਹਾਈ ਕਮਾਂਡ ਦੇ ਉੱਤੇ ਵੱਡੇ ਸਵਾਲ ਉਹਨਾਂ ਨੇ ਚੁੱਕੇ ਸੀਗੇ। ਇਸੇ ਤਰ੍ਹਾਂ ਤੁਸੀਂ ਦੇਖਿਆ ਹੋਏਗਾ ਕਿ ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਜੀ ਅਜੇ ਤੱਕ ਚੁੱਪ ਬੈਠੇ ਨੇ, ਉਹਨਾਂ ਦਾ ਕੋਈ ਬਿਆਨ ਸਾਹਮਣੇ ਨਹੀਂ ਆ ਰਿਹਾ। ਇਸੇ ਤਰ੍ਹਾਂ ਰਵਨੀਤ ਬਿੱਟੂ ਹੋਰਾਂ ਦੇ ਵੱਡੇ ਬਿਆਨ ਆਉਂਦੇ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ। ਸੋ ਕਹਿਣ ਦਾ ਮਤਲਬ ਹੈ ਕਿ ਕਾਫੀ ਵੱਡੇ ਧੜਿਆਂ ਦੇ ਵਿੱਚ ਇਸ ਵੇਲੇ ਪੰਜਾਬ ਦੀ ਕਾਂਗਰਸ ਵੰਡੀ ਹੋਈ ਨਜ਼ਰ ਆ ਰਹੀ ਹੈ, ਔਰ ਇਸ ਧੜੇਬੰਦੀ ਨੇ ਬਹੁਤ ਵੱਡਾ ਨੁਕਸਾਨ ਕੀਤਾ ਹੈ ਇਹਨਾਂ ਚੋਣਾਂ ਦੇ ਵਿੱਚ ਕਾਂਗਰਸ ਦਾ। ਸੋ ਜੇਕਰ ਇਹ ਧੜੇਬੰਦੀ ਲਗਾਤਾਰ ਵੱਧਦੀ ਹੈ ਤਾਂ ਲਾਜ਼ਮੀ ਤੌਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਆਪਾਂ ਕਹਿ ਸਕਦੇ ਕਿ 10 ਤਰੀਕ ਤੋਂ ਬਾਅਦ ਰਿਜ਼ਲਟ ਤੋਂ ਬਾਅਦ ਇਹ ਧੜੇਬੰਦੀ ਹੋਰ ਜ਼ਿਆਦਾ ਉੱਭਰ ਕੇ ਸਾਹਮਣੇ ਆਏਗੀ, ਹੋਰ ਜ਼ਿਆਦਾ ਵੱਧ ਤਾਕਤਵਰ ਤਰੀਕੇ ਦੇ ਨਾਲ ਦੋਸ਼ ਪ੍ਰਤੀ ਦੋਸ਼ ਤੁਹਾਨੂੰ ਲੱਗਦੇ ਵੇਖਣ ਨੂੰ ਮਿਲਣਗੇ, ਔਰ ਧੜੇਬੰਦੀ ਦੇ ਕਾਰਨ ਵੱਡਾ ਨੁਕਸਾਨ
ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦਾ ਹੋ ਸਕਦਾ ਹੈ ਖਾਨ ਸਾਹਿਬ। ਬਿਲਕੁਲ ਡਾਕਟਰ ਸਾਹਿਬ, ਜਿਵੇਂ ਆਪਾਂ ਰਜਿੰਦਰ ਕੌਰ ਭੱਠਲ ਦੇ ਇਸ ਬਿਆਨ ਦੀ ਗੱਲ ਕਰ ਰਹੇ ਸੀ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਸਮਝੌਤਾ ਹੋ ਸਕਦਾ, ਗਠਬੰਧਨ ਜਿਹੜਾ ਹੋ ਸਕਦਾ, ਤੇ ਨਾਲ ਹੀ ਗੱਲ ਕਰੀਏ ਪਿਛਲੇ ਦਿਨੇ ਬੀਤੇ ਦਿਨ ਸ਼ਮਸ਼ੇਰ ਦੁੱਲੋ ਜੋ ਕਿ ਅਕਸਰ ਹੀ ਬਿਆਨਬਾਜ਼ੀਆਂ ਦੇ ਕਰਕੇ ਚਰਚਾ ਦੇ ਵਿੱਚ ਰਹਿੰਦੇ ਨੇ, ਪਹਿਲਾਂ ਠੰਡੇ ਜੇ ਰਹਿੰਦੇ ਨੇ ਪਰ ਇੱਕਦਮ ਆ ਕੇ ਮੌਕੇ ਤੇ ਐਨ ਕੋਈ ਅਜਿਹਾ ਬਿਆਨ ਦੇ ਜਾਂਦੇ ਨੇ ਜਿਸ ਦੇ ਨਾਲ ਸਾਰੇ ਸਿਆਸਤ ਦੇ ਵਿੱਚ ਭੁਚਾਲ ਆ ਜਾਂਦਾ। ਤਾਂ ਹੁਣ ਬੀਤੇ ਦਿਨੀ ਵੀ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ, ਹਰੀਸ਼ ਚੌਧਰੀ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਸੀ ਕਿ ਇਹ ਤਾਂ ਦੁਕਾਨਾਂ ਖੋਲੀ ਬੈਠੇ ਸੀ, ਇਹ ਤਾਂ ਟਿਕਟਾਂ ਜਿਹੜੀਆਂ ਨੇ ਵੇਚੀਆਂ ਨੇ। ਤਾਂ ਇੱਕ ਪਾਸੇ ਤਾਂ ਉਹ ਬਿਆਨ, ਦੂਜੇ ਪਾਸੇ ਰਜਿੰਦਰ ਕੌਰ ਭੱਠਲ ਦਾ ਬਿਆਨ। ਤਾਂ ਇਹਨਾਂ ਦੋਨਾਂ ਬਿਆਨਾਂ ਨੂੰ ਜੇ ਆਪਾਂ ਦੇਖੀਏ ਤਾਂ ਇਹਨਾਂ ਬਿਆਨਾਂ ਦੇ ਨਾਲ ਜਿਹੜਾ ਇੱਕ ਤਾਂ ਗੱਠਜੋੜ ਦਾ ਬਿਆਨ, ਦੂਜੇ ਪਾਸੇ ਦੁੱਲੋਂ ਦਾ ਬਿਆਨ, ਤੇ ਦੋਨਾਂ ਬਿਆਨਾਂ ਦੇ ਨਾਲ ਕਾਂਗਰਸ ਨੂੰ ਕਿੰਨਾ ਕੁ ਨੁਕਸਾਨ ਹੋ ਸਕਦਾ? ਖਾਨ ਸਾਹਿਬ, ਮੈਂ ਇਹੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ, ਪਿਛਲੇ ਦਿਨਾਂ ਦੇ ਵਿੱਚ ਜਿਹੜੇ ਵੀ ਬਿਆਨ ਆਏ ਨੇ, ਚਾਹੇ ਉਹ ਰਵਨੀਤ ਬਿੱਟੂ ਦਾ ਬਿਆਨ ਹੋਵੇ, ਆਪਣੀ ਹੀ ਪਾਰਟੀ ਦੇ ਉੱਤੇ ਵੱਡੇ ਲੀਡਰਾਂ ਦੇ ਉੱਤੇ ਉਹਨਾਂ ਨੇ ਸਵਾਲ ਚੁੱਕੇ ਸੀਗੇ ਔਰ ਉਹਨਾਂ ਨੇ ਕਿਹਾ ਸੀਗਾ ਰਵਨੀਤ ਬਿੱਟੂ ਹੋਰਾਂ ਨੇ ਕਿ ਜਿਹੜੇ ਵੱਡੇ ਲੀਡਰ ਨੇ ਉਹਨਾਂ ਨੇ ਪ੍ਰਚਾਰ ਦੇ ਵਿੱਚ ਕੋਈ ਬਹੁਤਾ ਸਾਥ ਨਹੀਂ ਦਿੱਤਾ, ਪ੍ਰਚਾਰ ਨਹੀਂ ਕੀਤਾ ਪਾਰਟੀ ਦਾ। ਇਸੇ ਤਰ੍ਹਾਂ ਦੁੱਲੋ ਸਾਹਿਬ ਨੇ ਵੱਡੇ ਸਵਾਲ ਆਪਣੀ ਪਾਰਟੀ ਦੇ ਉੱਤੇ ਚੁੱਕੇ ਨੇ ਔਰ ਉਹਨਾਂ ਨੇ ਇਹੀ ਗੱਲ ਕਰਨ ਦੀ, ਜਿਵੇਂ ਤੁਸੀਂ ਦੱਸ ਰਹੇ ਹੋ, ਕਿਹਾ ਹੈ ਕਿ ਭਾਈ ਜਿਹੜੀਆਂ ਸੀਟਾਂ ਨੇ ਇਹ ਕੋਈ ਬਹੁਤੇ ਚੰਗੇ ਉਮੀਦਵਾਰਾਂ ਨੂੰ ਨਹੀਂ ਦਿੱਤੀਆਂ ਗਈਆਂ, ਇਹਦੇ ਵਿੱਚ ਉਹਨਾਂ ਨੇ ਦੋਸ਼ ਵੱਡੇ ਲਾਏ ਨੇ ਔਰ ਇਹ ਵੀ ਕਿਹਾ ਕਿ ਸੀਟਾਂ ਜਿਹੜੀਆਂ ਨੇ ਵਿਕੀਆਂ ਨੇ ਔਰ ਗਲਤ ਬੰਦਿਆਂ ਨੂੰ ਦਿੱਤੀਆਂ ਗਈਆਂ ਨੇ। ਸੋ ਕਹਿਣ ਦਾ ਮਤਲਬ ਹੈ ਜੇਕਰ ਇਦਾਂ ਅਨੁਸ਼ਾਸਨਹੀਣਤਾ ਪਾਰਟੀ ਦੇ ਵਿੱਚ ਤੁਹਾਨੂੰ ਦਿਖਾਈ ਦੇਵੇਗੀ ਤਾਂ ਇਹਦਾ ਨੁਕਸਾਨ ਤੁਸੀਂ ਦੇਖੋਗੇ ਕਿ 10 ਤਰੀਕ ਤੋਂ ਬਾਅਦ ਜਦੋਂ ਕਾਂਗਰਸ ਦੀ ਹਾਰ ਸਾਹਮਣੇ ਆਏਗੀ ਤਾਂ ਇਹ ਬਿਆਨਬਾਜ਼ੀ ਹੋਰ ਵੱਡੇ ਪੱਧਰ ਦੇ ਉੱਤੇ ਤੁਹਾਨੂੰ ਨਜ਼ਰ ਆਏਗੀ ਔਰ ਇਹਦਾ ਵੱਡਾ ਕਾਰਨ ਇਹੀ ਹੈ ਕਿ ਆਪਸ ਦੇ ਵਿੱਚ ਨਾ ਤਾਂ ਕੋਈ ਹਾਈ ਕਮਾਂਡ ਦਾ ਕੰਟਰੋਲ ਨਜ਼ਰ ਆ ਰਿਹਾ ਹੈ ਔਰ ਆਪਸ ਦੇ ਵਿੱਚ ਫਟੇ ਹੋਏ ਨਜ਼ਰ ਆ ਰਹੇ ਨੇ। ਬਹੁਤ ਸਾਰੀਆਂ ਧੜੇਬੰਦੀਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ। ਇੱਕ ਪਾਸੇ ਚੰਨੀ ਸਾਹਿਬ ਦਾ ਧੜਾ ਹੈ, ਇੱਕ ਪਾਸੇ ਨਵਜੋਤ ਸਿੰਘ ਸਿੱਧੂ ਦਾ ਧੜਾ ਹੈ, ਦੁੱਲੋ ਸਾਹਿਬ ਦਾ ਧੜਾ ਹੈ, ਪ੍ਰਤਾਪ ਸਿੰਘ ਬਾਜਵਾ ਦਾ ਧੜਾ ਹੈ, ਤ੍ਰਿਪਤ ਰਜਿੰਦਰ ਬਾਜਵਾ ਹੋਰਾਂ ਦਾ ਧੜਾ ਹੈ, ਸੁੱਖੀ ਰੰਧਾਵਾ ਹੋਰੀ ਉਹਨਾਂ ਦੇ ਨਾਲ ਖੜਦੇ ਨਜ਼ਰ ਆ ਰਹੇ ਨੇ। ਇਸੇ ਤਰ੍ਹਾਂ ਬਹੁਤ ਸਾਰੇ ਆਜ਼ਾਦ ਉਮੀਦਵਾਰ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਤੋਂ ਟੁੱਟ ਕੇ ਆਜ਼ਾਦ ਉਮੀਦਵਾਰ ਲੜੇ ਸੀਗੇ, ਉਹਨਾਂ ਦਾ ਇੱਕ ਵੱਖਰਾ ਜਿਹੜਾ ਹੈਗਾ ਰਾਮ ਰੌਲਾ ਨਜ਼ਰ ਆ ਰਿਹਾ ਹੈ। ਸੋ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਕਾਂਗਰਸ ਦੇ ਵਿੱਚ ਆਪਸ ਦੇ ਵਿੱਚ ਪਾਟੋ ਤਾਪ ਜਿਹੜੀ ਹੈਗੀ ਹੈ ਇਹ ਬਣੀ ਹੋਈ ਹੈ। ਜਿਹੜਾ ਇਸ਼ਾਰਾ ਕੀਤਾ ਸੀਗਾ ਕਿ ਦਿੱਲੀ ਦੇ ਵਿੱਚ ਵੱਡਾ ਨੁਕਸਾਨ ਉਹਨਾਂ ਨੂੰ ਉਠਾਉਣਾ ਪਿਆ ਸੀਗਾ ਔਰ ਉਸ ਨੁਕਸਾਨ ਦਾ ਨਤੀਜਾ ਕੀ ਹੈ ਕਿ ਅੱਜ ਤੱਕ ਦਿੱਲੀ ਦੇ ਵਿੱਚ ਕਾਂਗਰਸ ਦੇ ਪੈਰ ਨਹੀਂ ਲੱਗੇ, 0 ਸੀਟ ਆ ਰਹੀ ਹੈ। ਸੋ ਉਹੀ ਕਾਰਨ ਨਾ ਹੋਵੇ ਕਿ ਪੰਜਾਬ ਦੇ ਵਿੱਚ ਵੀ ਦਿੱਲੀ ਦਾ ਦੁਹਰਾਅ ਹੋ ਜਾਏ, ਦਿੱਲੀ ਵਾਂਗ ਹੀ ਇਤਿਹਾਸ ਜਿਹੜਾ ਹੈਗਾ ਕਾਂਗਰਸ ਦਾ ਉਹ ਦੇਖਣ ਨੂੰ ਸਾਹਮਣੇ ਆਏ। ਸੋ ਇਸੇ ਕਰਕੇ ਡਾਕਟਰ ਸਾਹਿਬ, ਇਸੇ ਕਰਕੇ ਕਾਂਗਰਸ ਦੇ ਜਿਹੜੇ ਨੇ ਲੀਡਰ ਨੇ ਉਹਨਾਂ ਨੂੰ ਲੁਕਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਕਾਂਗਰਸ ਨੂੰ ਪਹਿਲਾਂ ਹੀ ਡਰ ਲੱਗਿਆ ਹੋਇਆ ਕਿ ਕਿਤੇ ਸਾਡਾ ਅਜਿਹੇ ਬਿਆਨ ਜਿਵੇਂ ਦਿੱਤੇ ਜਾ ਰਹੇ ਨੇ, ਜਿਵੇਂ ਸ਼ਮਸ਼ੇਰ ਦੁੱਲੋ ਦੇ ਬਿਆਨ ਦੀ ਗੱਲ ਕਰੀਏ ਤਾਂ ਕਿਤੇ ਉਹ ਗੱਲਾਂ ਜਿਵੇਂ ਸੱਚ ਹੁੰਦੀਆਂ ਹੋਈਆਂ ਨਜ਼ਰ ਵੀ ਆ ਰਹੀਆਂ ਨੇ ਕਿਤੇ, ਕਿ ਸਾਡੇ ਜਿਹੜੇ ਲੀਡਰ ਨੇ ਉਹ ਦੂਜੀਆਂ ਪਾਰਟੀਆਂ 'ਚ ਨਾ ਚਲੇ ਜਾਣ। ਇਸੇ ਕਰਕੇ ਲਗਾਤਾਰ ਲੁਕਾਉਣ ਦੀਆਂ ਕੋਸ਼ਿਸ਼ਾਂ ਵੀ ਉਹਨਾਂ ਨੂੰ ਕੀਤੀਆਂ ਜਾ ਰਹੀਆਂ ਨੇ। ਜਿਹੜੇ ਕਾਂਗਰਸ ਦੇ ਲੀਡਰ ਨੇ ਕਦੇ ਰਾਜਸਥਾਨ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਜਿਹੜੀ ਚਰਚਾਵਾਂ ਨੇ ਜਿਹੜੀਆਂ ਸੂਤਰਾਂ ਤੋਂ ਵੀ ਜਾਣਕਾਰੀ ਮਿਲ ਰਹੀ ਆ। ਹਾਲਾਂਕਿ ਡਾਕਟਰ ਸਾਹਿਬ, ਇਹ ਕਾਂਗਰਸ ਦੇ ਇੱਕ ਆਗੂ ਦੇ ਵੱਲੋਂ ਖੁਦ ਵੀ ਦੱਸਿਆ ਗਿਆ, ਜਿਹੜੀ ਸਾਡੇ ਨਾਲ ਗੱਲਬਾਤ ਵੀ ਹੋਈ ਆ, ਪਰ ਉਹਨਾਂ ਨੇ ਜ਼ਿਕਰ ਕਰਨ ਤੋਂ ਮਨਾ ਕੀਤਾ ਸੀ ਕਿ ਜਿਹੜੇ ਲੁਕੋਏ ਜਾ ਰਹੇ ਨੇ, ਇਕੱਲੇ ਇਕੱਲੇ ਦਾ ਨਾਮ ਵੀ ਦੱਸਿਆਗਾ। ਕਾਂਗਰਸ ਹੁਣ ਬੀਜੇਪੀ ਤੋਂ ਲਗਾਤਾਰ ਡਰਦੀ ਹੋਈ ਨਜ਼ਰ ਆ ਰਹੀ ਹੈ। ਜੀ, ਇਹਦਾ ਵੱਡਾ ਕਾਰਨ ਖਾਨ ਸਾਹਿਬ, ਡਰ ਦਾ ਕਾਰਨ ਇਹੀ ਲੱਗ ਰਿਹਾ ਕਿ ਇਸ ਵੇਲੇ ਹਾਈ ਕਮਾਂਡ ਦਾ ਜੋ ਕੰਟਰੋਲ ਹੋਣਾ ਚਾਹੀਦਾ ਹੈ ਕਾਂਗਰਸ ਦੇ ਵਿੱਚ ਜਾਂ ਜਥੇਬੰਦਕ ਢਾਂਚੇ ਦੇ ਉੱਤੇ, ਉਹ ਕੰਟਰੋਲ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਔਰ ਬਿਖਰੀ ਹੋਈ ਕਾਂਗਰਸ ਇਸ ਵੇਲੇ ਨਜ਼ਰ ਆ ਰਹੀ ਹੈ। ਔਰ ਉਹਦਾ ਬਖੇਰੇ ਦਾ ਵੱਡਾ ਕਾਰਨ ਇਹੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਅਨੁਸ਼ਾਸਨਹੀਣਤਾ ਕਾਂਗਰਸ ਦੇ ਵਿੱਚ ਵੇਖਣ ਨੂੰ ਸਾਹਮਣੇ ਆਈ ਹੈ ਉਹ ਲਗਾਤਾਰ ਵੱਧ ਰਹੀ ਹੈ। ਉਹ ਇਹ ਨਹੀਂ ਕਿ ਉਹ ਘਟ ਰਹੀ ਹੈ, ਉਹ ਲਗਾਤਾਰ ਜਿਉਂ-ਜਿਉਂ ਨਤੀਜੇ ਨੇੜੇ ਆ ਰਹੇ ਨੇ ਤਿਉਂ-ਤਿਉਂ ਉਹ ਜਿਹੜੀ ਅਨੁਸ਼ਾਸਨਹੀਣਤਾ ਹੈ, ਗੁੱਟਬਾਜ਼ੀ ਹੈ ਔਰ ਆਪਸ ਦੇ ਵਿੱਚ ਜਿਹੜਾ ਕਲਾ ਕਲੇਸ਼ ਹੈ ਉਹ ਤੁਹਾਨੂੰ ਵੇਖਣ ਨੂੰ ਜ਼ਿਆਦਾ ਤੌਰ ਤੇ ਸਾਹਮਣੇ ਆ ਰਿਹਾ ਹੈ। ਔਰ ਉਹਦਾ ਵੱਡਾ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਕਾਂਗਰਸ ਆਪਣੀਆਂ ਗਲਤੀਆਂ ਤੋਂ ਸਿੱਖ ਨਹੀਂ ਰਹੀ। ਕਾਂਗਰਸ ਨੇ ਆਪਣੀਆਂ ਗਲਤੀਆਂ ਨੂੰ ਦੁਹਰਾਇਆ ਹੈ ਔਰ ਦੁਹਰਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਆਪਣੇ ਵੱਡੇ ਲੀਡਰਾਂ ਨੂੰ ਉਹ ਕੰਟਰੋਲ 'ਚ ਨਹੀਂ ਕਰ ਪਾ ਰਹੀ। ਸੋ ਇਹਦਾ ਕਾਰਨ ਹੈ ਕਿ ਆਪਾਂ ਦੇਖ ਸਕਦੇ ਹਾਂ ਕਿ 22 ਦੀਆਂ ਚੋਣਾਂ ਨੂੰ ਲੈ ਕੇ ਡਰੀ ਹੋਈ ਹੈ। ਔਰ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਕਾਂਗਰਸ ਨੂੰ ਲੱਗਦਾ ਹੈ ਕਿ ਜੇਕਰ ਸਾਡੇ ਐਮਐਲਏ ਜਿਹੜੇ ਜਿੱਤਣਗੇ ਵੀ ਉਹ ਕਿਤੇ ਦੂਜੀਆਂ ਪਾਰਟੀਆਂ ਦੇ ਵਿੱਚ ਨਾ ਚਲੇ ਜਾਣ, ਖਾਸ ਤੌਰ ਤੇ ਬੀਜੇਪੀ ਦੇ ਵਿੱਚ ਨਾ ਚਲੇ ਜਾਣ, ਤਾਂ ਇਸ ਡਰ ਨੂੰ ਲੈ ਕੇ ਆਪਾਂ ਕਹਿ ਸਕਦੇ ਹਾਂ
ਕਿ ਇਸ ਵੇਲੇ ਦੁਚਿੱਤੀ ਦੇ ਵਿੱਚ ਜਿਹੜੀ ਹੈਗੀ ਆ, ਇਸ ਵੇਲੇ ਭੰਬਲ ਭੂਸੇ ਦੇ ਵਿੱਚ ਕਾਂਗਰਸ ਦੀ ਜਿਹੜੀ ਵੱਡੀ ਲੀਡਰਸ਼ਿਪ ਹੈ ਉਹ ਨਜ਼ਰ ਆ ਰਹੀ ਹੈ। ਔਰ ਇਹੀ ਕਾਰਨ ਹੈ ਕਿ ਤੁਸੀਂ ਦੇਖਿਆ ਹੋਵੇਗਾ ਕਿ ਚੰਨੀ ਸਾਹਿਬ ਪਿਛਲੇ ਲੰਬੇ ਸਮੇਂ ਤੋਂ ਚੁੱਪ ਸੀਗੇ। ਬੜੀ ਦੇਰ ਬਾਅਦ ਜਦੋਂ ਬਾਰ-ਬਾਰ ਲੋਕਾਂ ਦੀਆਂ, ਖਾਸ ਤੌਰ ਤੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਜਾਂ ਕਿਸਾਨਾਂ ਵੱਲੋਂ ਉਹਨਾਂ ਨੂੰ ਉਕਸਾਇਆ ਗਿਆ, ਉਹਨਾਂ ਨੂੰ ਕਿਹਾ ਗਿਆ ਕਿ ਭਾਈ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ, ਜਿੰਨੀ ਦੇਰ ਨਵਾਂ ਮੁੱਖ ਮੰਤਰੀ ਨਹੀਂ ਆਉਂਦਾ ਉਨੀ ਦੇਰ ਤੱਕ ਘੱਟੋ ਘੱਟ ਜਿਹੜਾ ਮੌਜੂਦਾ ਮੁੱਖ ਮੰਤਰੀ ਹੈ, ਚਾਹੇ ਹੁਣ ਚੋਣਾਂ ਹੋ ਚੁੱਕੀਆਂ ਨੇ, ਚਾਹੇ 10 ਤਰੀਕ ਨੂੰ ਰਿਜ਼ਲਟ ਆ ਰਹੇ ਨੇ, ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਚੁੱਪ ਕਰਕੇ ਘਰਾਂ 'ਚ ਬਹਿ ਜਾਓ ਜਾਂ ਕਿਤੇ ਅਸਾਮ ਚਲੇ ਜਾਓ ਮੱਥਾ ਟੇਕਣ ਦੇ ਲਈ ਜਾਂ ਕਿਤੇ ਹੋਰ ਚਲੇ ਜਾਓ। ਤੁਹਾਡੀ ਉਨੀ ਦੇਰ ਪੰਜਾਬ ਪ੍ਰਤੀ ਵੀ ਜ਼ਿੰਮੇਵਾਰੀ ਬਣਦੀ ਹੈ, ਪੰਜਾਬ ਦੇ ਲੋਕਾਂ ਦੇ ਪ੍ਰਤੀ ਵੀ ਜ਼ਿੰਮੇਵਾਰੀ ਬਣਦੀ ਹੈ। ਇਸ ਕਰਕੇ ਤੁਹਾਨੂੰ ਅੱਗੇ ਆਉਣਾ ਚਾਹੀਦਾ ਹੈ। ਔਰ ਆਪਾਂ ਨੇ ਦੇਖਿਆ ਹੈ ਕਿ ਪੰਜਾਬ ਕਿੱਡੇ ਵੱਡੇ ਸੰਕਟਾਂ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਇਆ ਹੈ। ਔਰ ਚਾਹੇ ਉਹ BBMBA ਦਾ ਮਸਲਾ ਹੋਵੇ, ਚਾਹੇ ਯੂਕਰੇਨ ਦੇ ਵਿੱਚ ਸਾਡੇ ਵਿਦਿਆਰਥੀ ਨੇ ਉਹ ਫਸੇ ਹੋਏ ਹੋਣ ਉਹਨਾਂ ਦਾ ਮਸਲਾ ਹੋਵੇ, ਜਾਂ ਹੋਰ ਜਿਹੜਾ ਸਿਟਕੋ ਦਾ ਮਸਲਾ ਹੋਵੇ, ਇੱਦਾਂ ਦੇ ਜਿਹੜੇ ਗੰਭੀਰ ਮਸਲੇ ਨੇ ਪੰਜਾਬ ਦੇ ਸਾਹਮਣੇ, ਉਹਨਾਂ ਦੇ ਬਾਰੇ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਜਿੰਨੀ ਦੇਰ ਉਹ ਹੈਗੇ ਨੇ ਉਨੀ ਦੇਰ ਤੱਕ ਘੱਟੋ ਘੱਟ ਆਪਣੀ ਜ਼ਿੰਮੇਵਾਰੀ ਉਹਨਾਂ ਨੂੰ ਨਿਭਾਉਣੀ ਚਾਹੀਦੀ ਸੀਗੀ, ਪਰ ਉਹਨਾਂ ਨੇ ਉਹ ਜ਼ਿੰਮੇਵਾਰੀ ਨਹੀਂ ਨਿਭਾਈ। ਉਹ ਗਾਇਬ ਰਹੇ, ਉਹਨਾਂ ਦੇ ਕੋਈ ਬਿਆਨ ਨਹੀਂ ਆਇਆ। ਸੋ ਇਸ ਨੂੰ ਲੈ ਕੇ ਲੋਕਾਂ ਦੇ ਵਿੱਚ ਜਿਹੜੀ ਹੈਗੀ ਆ ਇਸ ਵੇਲੇ ਕਾਫੀ ਉਹ ਚਰਚਾ ਦਾ ਵਿਸ਼ਾ ਬਣੀ ਹੋਈ ਆ ਗੱਲ ਇਹ। ਔਰ ਇਹਦਾ ਵੱਡਾ ਕਾਰਨ ਇਹੀ ਹੈ ਕਿ ਕਾਂਗਰਸ ਇਕਜੁੱਟ ਨਜ਼ਰ ਨਹੀਂ ਆ ਰਹੀ। ਕਾਂਗਰਸ ਦੇ ਵਿੱਚ ਕਾਫੀ ਕਲਾ ਕਲੇਸ਼ ਜਿਹੜਾ ਹੈਗਾ ਵੱਧਦਾ ਨਜ਼ਰ ਆ ਰਿਹਾ ਹੈ। ਖਾਨ ਸਾਹਿਬ ਬਿਲਕੁਲ ਡਾਕਟਰ ਸਾਹਿਬ, ਜਿਵੇਂ ਤੁਸੀਂ ਜ਼ਿਕਰ ਕੀਤਾ ਚਰਨਜੀਤ ਸਿੰਘ ਚੰਨੀ ਦਾ ਜ਼ਿਕਰ ਕੀਤਾ ਕਿ ਲੋਕਾਂ ਦੇ ਵੱਲੋਂ ਕਿਹਾ ਗਿਆ, ਭਾਵੇਂ ਕਿ ਕਿਸਾਨਾਂ ਦੇ ਵੱਲੋਂ ਮੁੱਦਾ ਚੁੱਕਿਆ ਗਿਆ। ਹੁਣ BBMB ਦਾ ਮੁੱਦਾ ਜਿਹੜਾ ਆ ਕਾਫੀ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ। ਉਸ ਤੋਂ ਬਾਅਦ ਸਿਟਕੋ ਦਾ ਮੁੱਦਾ ਤੇ ਦੂਜੇ ਪਾਸੇ ਯੂਕਰੇਨ ਦੇ ਵਿੱਚ ਫਸੇ ਹੋਏ ਭਾਰਤੀ ਨੇ ਜਿਹੜੇ, ਉਹਨਾਂ ਦਾ ਮੁੱਦਾ ਵੀ ਕਾਫੀ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ। ਹਾਲਾਂਕਿ ਕੇਂਦਰ ਸਰਕਾਰ ਦੇ ਵੱਲੋਂ ਕੋਸ਼ਿਸ਼ਾਂ ਜ਼ਰੂਰ ਕੀਤੀਆਂ ਜਾ ਰਹੀਆਂ, ਪਰ ਪੰਜਾਬ ਦੇ ਸਰਕਾਰ ਦਾ ਕੋਈ ਨੁਮਾਇੰਦਾ ਕੋਈ ਬੋਲਦਾ ਹੋਇਆ ਨਜ਼ਰ ਨਹੀਂ ਆਇਆ। ਨਾ ਹੀ ਕਿਸੇ ਦੇ ਵੱਲੋਂ ਕੋਈ ਫੇਸਬੁੱਕ ਤੇ ਕੁਝ ਲਿਖਿਆ ਗਿਆ, ਨਾ ਹੀ ਟਵੀਟ ਕੀਤਾ ਗਿਆ। ਇੱਕੇ ਦੁੱਕੇ ਸੀ ਜਿਹੜੇ, ਭਾਵੇਂ ਕਿ ਗੁਰਜੀਤ ਔਜਲਾ ਉੱਥੇ ਪਹੁੰਚੇ ਨੇ, ਭਾਵੇਂ ਕਿ ਪਹਿਲਾਂ 6 ਸੰਸਦ ਮੈਂਬਰ ਮੀਨਾਕਸ਼ੀ ਲੇਖੀ ਦੇ ਨਾਲ ਮੁਲਾਕਾਤ ਕੀਤੀ ਗਈ ਉਹਨਾਂ ਦੇ ਵੱਲੋਂ, ਪਰ ਜਿਹੜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਤੇ ਹੋਰ ਰੰਧਾਵਾ ਜਿਹੜੇ ਅਕਸਰ ਹੀ ਬਾਰ-ਬਾਰ ਟਵੀਟ ਕਰਦੇ ਜਦੋਂ ਕੋਈ ਪੰਜਾਬ ਦੇ ਵਿੱਚ ਗੱਲ ਹੋ ਜਾਂਦੀ ਸੀ, ਇੱਕ ਦੂਜੇ ਨੂੰ ਮਹਿਣੋ ਮਹਿਣੀ ਹੁੰਦੇ ਨਜ਼ਰ ਆਉਂਦੇ ਸੀ ਜ਼ਰੂਰ, ਪਰ ਹੁਣ ਇਸ ਮਾਮਲੇ ਦੇ ਉੱਤੇ ਚੁੱਪ ਸੀ। ਤਾਂ ਗੱਲ ਕਰੀਏ ਹੁਣ ਚਰਨਜੀਤ ਸਿੰਘ ਚੰਨੀ ਜਾਗ ਚੁੱਕੇ ਨੇ, ਲੱਗਦਾ ਕਿ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਨ ਦੇ ਲਈ ਉਹਨਾਂ ਨੇ ਸਮਾਂ ਮੰਗਿਆ। ਕੀ ਇਹ ਮੁਲਾਕਾਤ ਸਿਰਫ ਉਹਨਾਂ ਮੁੱਦਿਆਂ ਤੇ ਹੋਵੇਗੀ ਜਾਂ ਫਿਰ ਕੋਈ ਰਿਜ਼ਲਟ ਜਿਹੜਾ ਆ ਰਿਹਾ ਉਸ ਨੂੰ ਲੈ ਕੇ, ਕੋਈ ਗੱਠਜੋੜ ਨੂੰ ਲੈ ਕੇ ਅਜਿਹਾ ਵੀ ਕੁਝ ਹੋ ਸਕਦਾ? ਖਾਨ ਸਾਹਿਬ ਦੇਖੋ, ਆਪਾਂ ਪਹਿਲਾਂ ਵੀ ਇਹਦੇ ਬਾਰੇ ਜ਼ਿਕਰ ਕੀਤਾ ਹੈ ਕਿ ਚੰਨੀ ਸਾਹਿਬ ਬੜੀ ਦੇਰ ਬਾਅਦ ਬੋਲੇ ਨੇ ਜੀ। ਚਲੋ ਮੈਂ ਇਹ ਕਹਾਂਗਾ ਕਿ ਦੇਰ ਆਏ ਦੁਰਸਤ ਆਏ। ਜੇਕਰ ਉਹ ਪੰਜਾਬ ਦੇ ਬੱਚਿਆਂ ਦਾ ਭਵਿੱਖ ਦੇ ਬਾਰੇ ਚਿੰਤਤ ਨੇ ਔਰ ਪੰਜਾਬ ਦੇ ਬੱਚਿਆਂ ਦੇ ਬਾਰੇ, ਜਾਂ ਤੁਸੀਂ ਜਿਵੇਂ ਦੱਸਿਆ ਹੈ ਯੂਕਰੇਨ ਦੇ ਵਿੱਚ ਜਿਹੜੇ ਸਾਡੇ ਵਿਦਿਆਰਥੀ ਫਸੇ ਹੋਏ ਨੇ ਉਹਨਾਂ ਦੇ ਬਾਰੇ ਚਿੰਤਤ ਨੇ, ਤਾਂ ਉਹਨਾਂ ਨੂੰ ਜ਼ਰੂਰ ਗੱਲਬਾਤ ਕਰਨੀ ਚਾਹੀਦੀ ਹੈ। ਔਰ ਆਪਾਂ ਲਗਾਤਾਰ ਦੇਖ ਰਹੇ ਹਾਂ ਕਿ ਸਾਡੇ ਬੱਚੇ ਕਿਵੇਂ ਦੁਖੀ ਹੋ ਕੇ, ਕਿਵੇਂ ਔਖੇ ਹੋ ਕੇ ਉੱਥੋਂ ਜੰਗ ਦੇ ਵਿੱਚੋਂ, ਬੰਬਾਂ ਦੇ ਵਿੱਚੋਂ ਬਾਹਰ ਨਿਕਲ ਕੇ ਆ ਰਹੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਚੰਨੀ ਸਾਹਿਬ ਨੂੰ ਇਹ ਸਟੈਪ ਜਿਹੜਾ ਹੈਗਾ ਪਹਿਲਾਂ ਉਠਾਉਣਾ ਚਾਹੀਦਾ ਸੀਗਾ। ਔਰ ਪਹਿਲਾਂ ਜੇ ਉਠਾਉਂਦੇ ਤਾਂ ਅੱਜ, ਜਿਵੇਂ ਸਾਡੇ ਆਪਾਂ ਸਾਰੇ ਜਾਣਦੇ ਹਾਂ ਕਿ ਇੱਕ ਬੱਚੇ ਦੇ ਤਾਂ ਗੋਲੀ ਲੱਗੀ ਹੋਈ ਹੈ, ਉੱਥੇ ਜ਼ਖਮੀ ਹੋਇਆ ਹੈ, ਸਾਡਾ ਪੰਜਾਬ ਦਾ ਸਟੂਡੈਂਟ ਹੈ, ਵਿਦਿਆਰਥੀ ਹੈ। ਸੋ ਕਹਿਣ ਦਾ ਮਤਲਬ ਹੈ ਕਿ ਜੇਕਰ ਇਹ ਫੈਸਲਾ ਪਹਿਲਾਂ ਲਿਆ ਜਾਂਦਾ ਤਾਂ ਲਾਜ਼ਮੀ ਤੌਰ ਤੇ ਬਹੁਤ ਵੱਡੀ ਰਾਹਤ ਪੰਜਾਬ ਦੇ ਵਿਦਿਆਰਥੀਆਂ ਨੂੰ ਮਿਲ ਸਕਦੀ ਸੀਗੀ। ਪਰ ਮੈਂ ਫੇਰ ਕਹਾਂਗਾ ਕਿ ਦੇਰ ਆਏ ਦੁਰਸਤ ਆਏ। ਚਲੋ ਉਹਨਾਂ ਨੇ ਜੇਕਰ ਫੈਸਲਾ ਕੀਤਾ ਹੈ ਅਮਿਤ ਸ਼ਾਹ ਜੀ ਨੂੰ ਮਿਲਣ ਦਾ ਔਰ ਮਿਲ ਕੇ ਇਹ ਗੱਲਬਾਤ ਰੱਖਣ ਦਾ, ਖਾਸ ਤੌਰ ਤੇ BBA ਜਿਹੜਾ ਹੈਗਾ ਮਸਲਾ, ਇਹ ਬਹੁਤ ਹੀ ਕ੍ਰਿਟੀਕਲ ਮਸਲਾ ਹੈ, ਕਿਉਂਕਿ ਪੰਜਾਬ ਦੇ ਲੋਕਾਂ ਦੇ ਹੱਕਾਂ ਦੇ ਉੱਤੇ ਜਿਹੜਾ ਹੈਗਾ ਡਾਕਾ ਹੈ ਇੱਕ ਕਿਸਮ ਦਾ। ਆਪਾਂ ਕਹਿ ਸਕਦੇ ਹਾਂ ਪੰਜਾਬ ਦੇ ਕਿਸਾਨ ਸੜਕਾਂ ਤੇ ਆਏ ਹੋਏ ਨੇ, ਪੰਜਾਬ ਦੀਆਂ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਲਗਾਤਾਰ ਕਹਿ ਰਹੀਆਂ ਨੇ ਕਿ ਅਸੀਂ ਭਾਈ ਜਿਹੜਾ ਹੈਗਾ ਇਹ ਨਹੀਂ ਚਾਹੁੰਦੇ ਪੰਜਾਬ ਦੇ ਸੰਘੀ ਢਾਂਚੇ ਨੂੰ, ਜਾਂ ਜਿਹੜਾ ਹੈ ਕਿ ਸੰਘੀ ਢਾਂਚੇ ਨੂੰ ਖਤਮ ਕਰਨ ਦੀਆਂ ਜਿਹੜੀਆਂ ਕਾਰਵਾਈਆਂ ਕੇਂਦਰ ਸਰਕਾਰ, ਮੋਦੀ ਸਰਕਾਰ ਕਰ ਰਹੀ ਹੈ, ਉਹਦੇ ਉੱਤੇ ਜਿਹੜੀ ਹੈਗੀ ਗੱਲਬਾਤ ਹੋਣੀ ਚਾਹੀਦੀ ਹੈ, ਉਹਦੇ ਉੱਤੇ ਪ੍ਰੈਸ਼ਰ ਬਣਾਉਣਾ ਚਾਹੀਦਾ। ਇਸ ਤੋਂ ਪਹਿਲਾਂ ਵੀ BSF ਦੇ ਮਸਲੇ ਦੇ ਉੱਤੇ ਆਪਾਂ ਦੇਖਿਆ ਹੈ ਕਿ ਕੋਈ ਬਹੁਤੀ ਕਾਰਵਾਈ ਜਿਹੜੀ ਹੁੰਦੀ ਨਜ਼ਰ ਨਹੀਂ ਸੀ ਆਈ। ਕੇਂਦਰ ਸਰਕਾਰ ਨੇ ਵੱਡਾ ਇੱਕ ਫੈਸਲਾ ਸਾਡੇ ਉੱਤੇ ਥੋਪਿਆ ਸੀਗਾ। ਸੰਘੀ ਢਾਂਚੇ ਨੂੰ ਖਤਮ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਵੀ ਲਗਾਤਾਰ ਕੇਂਦਰ ਸਰਕਾਰ ਵੱਲੋਂ ਹੋ ਰਹੀਆਂ ਨੇ। ਉਹਦੇ ਬਾਰੇ ਵੀ ਚੰਨੀ ਸਾਹਿਬ ਨੂੰ ਜਿਹੜਾ ਹੈਗਾ ਇੱਕ ਰੋਸ ਆਪਣਾ ਜਤਾਉਣਾ ਚਾਹੀਦਾ ਹੈ, ਪ੍ਰੈਸ਼ਰ ਬਣਾਉਣਾ ਚਾਹੀਦਾ ਹੈ। ਸੋ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀਗਾ
ਕਿ ਦੇਰ ਆਏ ਦੁਰਸਤ ਆਏ, ਔਰ ਚੰਨੀ ਸਾਹਿਬ ਜੇਕਰ ਹੁਣ ਜਾਗੇ ਨੇ ਤਾਂ ਇੱਕ ਚੰਗੀ ਗੱਲ ਹੈ। ਜਿੰਨੀ ਦੇਰ, ਕਹਿਣ ਦਾ ਮਤਲਬ ਹੈ ਕਿ ਜਿੰਨੀ ਦੇਰ ਕੋਈ ਨਵਾਂ ਮੁੱਖ ਮੰਤਰੀ ਨਹੀਂ ਬਣਦਾ ਉਨੀ ਦੇਰ ਤਾਂ ਚੰਨੀ ਸਾਹਿਬ ਦੀ ਡਿਊਟੀ ਜਿਹੜੀ ਹੈਗੀ ਹੈ ਬਣੇਗੀ। ਪੰਜਾਬ ਦੇ ਮੁੱਦਿਆਂ ਪ੍ਰਤੀ ਉਹਨਾਂ ਨੂੰ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ, ਜ਼ਿੰਮੇਵਾਰ ਹੋਣਾ ਚਾਹੀਦਾ ਹੈ, ਔਰ ਆਪਣੀ ਗੱਲ ਜਿਹੜੀ ਹੈਗੀ ਹੈ ਕੇਂਦਰ ਸਰਕਾਰ ਦੇ ਕੋਲ ਰੱਖਣੀ ਚਾਹੀਦੀ ਹੈ। ਖਾਨ ਸਾਹਿਬ ਜੀ ਬਿਲਕੁਲ। ਡਾਕਟਰ ਸਾਹਿਬ, ਗੱਲ ਕਰੀਏ ਮਹਾਰਾਣੀ ਪ੍ਰਨੀਤ ਕੌਰ ਦੀ, ਤਾਂ ਪ੍ਰਨੀਤ ਕੌਰ ਦੀ ਗੱਲ ਕਰਦੇ ਆ ਤਾਂ ਵੋਟਾਂ ਤੋਂ ਪਹਿਲਾਂ ਵੀ ਤੇ ਹੁਣ ਵੋਟਾਂ ਤੋਂ ਬਾਅਦ ਵੀ, ਯਾਨੀ ਕਿ ਵੋਟਾਂ ਤੋਂ ਪਹਿਲਾਂ ਤੇ ਹੁਣ ਨਤੀਜਿਆਂ ਤੋਂ ਪਹਿਲਾਂ ਲਗਾਤਾਰ ਬੀਜੇਪੀ ਆਗੂਆਂ ਦੇ ਨਾਲ ਮੁਲਾਕਾਤ ਦਾ ਸਿਲਸਿਲਾ ਬਾਦਸਤੂਰ ਜਾਰੀ ਆ। ਤੇ ਇਸ ਮੁਲਾਕਾਤਾਂ ਨੂੰ ਕਿਵੇਂ ਦੇਖਦੇ ਹੋ? ਮੁਲਾਕਾਤਾਂ ਦੇ ਮਾਇਨੇ ਕੀ ਕੱਢੀਏ ਆਪਾਂ ਕਿ ਬੀਜੇਪੀ ਦੇ ਆਗੂਆਂ ਨਾਲ ਪ੍ਰਨੀਤ ਕੌਰ ਦੀ ਮੁਲਾਕਾਤ ਹੋ ਰਹੀ ਆ? ਖਾਨ ਸਾਹਿਬ ਦੇਖੋ, ਮਹਾਰਾਣੀ ਪ੍ਰਨੀਤ ਕੌਰ ਲੋਕ ਸਭਾ ਪਟਿਆਲਾ ਤੋਂ ਉਹ ਜੇਤੂ ਰਹੇ ਸੀਗੇ, ਔਰ ਪੰਜਾਬ ਦੇ ਲੋਕਾਂ ਨੇ ਜਾਂ ਪਟਿਆਲੇ ਦੇ ਲੋਕਾਂ ਨੇ ਉਹਨਾਂ ਨੂੰ ਬੜਾ ਮਾਣ ਸਤਿਕਾਰ ਦਿੱਤਾ ਸੀਗਾ, ਔਰ ਲਗਾਤਾਰ ਕਈ ਵਾਰੀ ਉਹਨਾਂ ਨੂੰ ਪਟਿਆਲੇ ਤੋਂ ਜਿਤਾਇਆ ਹੈ, ਔਰ ਕਿਹਦੇ ਆਧਾਰ ਦੇ ਉੱਤੇ? ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਦੇ ਉੱਤੇ। ਸੋ ਕਹਿਣ ਦਾ ਮਤਲਬ ਹੈ ਕਿ ਹੁਣ ਜਦੋਂ ਅਸੀਂ ਪਿਛਲੇ ਦਿਨਾਂ ਦੇ ਵਿੱਚ, ਖਾਸ ਤੌਰ ਤੇ ਜਦੋਂ ਕੈਪਟਨ ਸਾਹਿਬ ਨੇ ਨਵੀਂ ਪਾਰਟੀ ਬਣਾਈ ਹੈ, ਪੰਜਾਬ ਲੋਕ ਕਾਂਗਰਸ ਬਣਾਈ ਹੈ, ਤਾਂ ਇਹ ਕਾਂਗਰਸ ਦੇ ਘੱਟ ਪੰਜਾਬ ਲੋਕ ਕਾਂਗਰਸ ਦੇ ਨੁਮਾਇੰਦੇ ਜ਼ਿਆਦਾ ਦਿਖਾਈ ਦਿੱਤੇ ਨੇ। ਲਗਾਤਾਰ ਇਸ ਨੂੰ ਲੈ ਕੇ, ਚਾਹੇ ਉਹ ਮੇਅਰ ਦੀ ਕੁਰਸੀ ਨੂੰ ਲੈ ਕੇ ਝਗੜਾ ਹੋਇਆ ਹੋਵੇ, ਚਾਹੇ ਇਹਨਾਂ ਦੀਆਂ ਹੋਰ ਜਿਹੜੀਆਂ ਉਸ ਵੇਲੇ ਚੋਣਾਂ ਨੂੰ ਲੈ ਕੇ ਹੋਇਆ ਹੋਵੇ। ਸੋ ਕਹਿਣ ਦਾ ਮਤਲਬ ਹੈ ਕਿ ਲਗਾਤਾਰ ਉਹ ਬੀਜੇਪੀ ਦੇ ਖੇਮੇ ਦੇ ਵਿੱਚ ਜਾਂ ਆਪਣੀ ਪਾਰਟੀ ਦੇ, ਆਪਣੇ ਪਰਿਵਾਰ ਦੇ ਖੇਮੇ ਦੇ ਵਿੱਚ ਉਹ ਲੱਗੇ ਹੋਏ ਨਜ਼ਰ ਆ ਰਹੇ ਨੇ। ਇਹਦਾ ਮਤਲਬ ਹੈ ਕਿ ਕਾਂਗਰਸ ਨੂੰ ਜਾਂ ਆਪਣੀ ਪਾਰਟੀ ਨੂੰ, ਜਿਸ ਪਾਰਟੀ ਨੇ ਉਹਨਾਂ ਨੂੰ ਲਗਾਤਾਰ ਕਈ ਵਾਰ ਐਮਪੀ ਜਿਤਾਇਆ ਹੈ, ਐਮਪੀ ਬਣਾਇਆ ਹੈ, ਔਰ ਮਿਨਿਸਟਰ ਤੱਕ ਰਹੇ ਨੇ ਉਹ ਇਸ ਪਾਰਟੀ ਦੇ ਰਾਹੀਂ। ਸੋ ਕਹਿਣ ਦਾ ਮਤਲਬ ਹੈ ਕਿ ਉਸ ਪਾਰਟੀ ਨੂੰ ਜਦੋਂ ਉਹ ਧੋਖਾ ਦੇ ਰਹੇ ਨੇ ਤਾਂ ਲਾਜ਼ਮੀ ਤੌਰ ਤੇ ਇਹਦੇ ਵਿੱਚ ਆਲਾ ਕਮਾਂਡ ਨੂੰ, ਹਾਈ ਕਮਾਂਡ ਨੂੰ ਇਹ ਕੋਈ ਫੈਸਲਾ ਲੈਣਾ ਬਣਦਾ ਹੈ, ਔਰ ਫੈਸਲਾ ਇਹੀ ਲੈਣਾ ਬਣਦਾ ਹੈ ਕਿ ਉਹਨਾਂ ਦੇ ਉੱਤੇ ਜੋ ਅਨੁਸ਼ਾਸਨੀ ਕਾਰਵਾਈ ਬਣਦੀ ਹੈ ਪਾਰਟੀ ਵੱਲੋਂ ਉਹ ਹੋਣੀ ਚਾਹੀਦੀ ਹੈ। ਫਿਰ ਤਾਂ ਇਹ ਸਿਲਸਿਲਾ ਰੁਕ ਸਕਦਾ ਹੈ, ਪਰ ਜਿੰਨੀ ਦੇਰ ਅਨੁਸ਼ਾਸਨੀ ਕਾਰਵਾਈ ਉਹਨਾਂ ਦੇ ਉੱਤੇ ਨਹੀਂ ਹੁੰਦੀ, ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਕੋਈ ਪੁੱਛ ਨਹੀਂ ਰਿਹਾ। ਇਸ ਕਰਕੇ ਲਗਾਤਾਰ ਉਹ ਆਪਣੀਆਂ ਜਿਹੜੀਆਂ ਕਾਰਵਾਈਆਂ ਨੇ, ਜਿਵੇਂ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਜੀ ਬੀਜੇਪੀ ਦੇ ਨਾਲ ਜ਼ਿਆਦਾ ਨੇੜਤਾ ਦਿਖਾਉਂਦੇ ਰਹੇ ਨੇ, ਉਸੇ ਕਿਸਮ ਦੀ ਨੇੜਤਾ ਇਸ ਵੇਲੇ ਮਹਾਰਾਣੀ ਪ੍ਰਨੀਤ ਕੌਰ ਬੀਜੇਪੀ ਦੇ ਨਾਲ ਦਿਖਾਉਂਦੇ ਨਜ਼ਰ ਆ ਰਹੇ ਨੇ। ਸੋ ਇਹਦਾ ਮਤਲਬ ਇਹੀ ਹੈ ਕਿ ਉਹ ਕਾਂਗਰਸ ਨੂੰ ਛੱਡ ਚੁੱਕੇ ਨੇ। ਕਾਂਗਰਸ ਨੂੰ ਹੀ ਹੁਣ ਢਿੱਲ ਹੈ, ਕਾਂਗਰਸ ਦੀ ਢਿੱਲ ਲੱਗਦੀ ਹੈ ਕਿ ਉਹਨਾਂ ਦੇ ਉੱਤੇ ਕੋਈ ਅਨੁਸ਼ਾਸਨੀ ਕਾਰਵਾਈ ਨਹੀਂ ਲਈ ਜਾ ਰਹੀ। ਸੋ ਕਿਸੇ ਵੀ ਪਾਰਟੀ ਨੂੰ ਬਿਹਤਰ ਚਲਾਉਣ ਦੇ ਲਈ ਉਹਦੇ ਜਿਹੜੇ ਲੀਡਰਾਂ ਨੂੰ ਅਨੁਸ਼ਾਸਨਬੱਧ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ, ਔਰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਇਸ ਬਾਰੇ, ਯਾਨੀ ਇਦਾਂ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਉੱਤੇ ਕੋਈ ਸਖਤ ਫੈਸਲੇ ਲੈ ਸਕਦੀ ਹੈ। ਇਦਾਂ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਖਾਨ ਸਾਹਿਬ ਜੀ ਬਿਲਕੁਲ। ਡਾਕਟਰ ਸਾਹਿਬ, ਜਾਂਦਿਆਂ ਦੀ ਗੱਲ ਕਰੀਏ ਤਾਂ ਜਿਵੇਂ ਸਾਰੀਆਂ ਪਾਰਟੀਆਂ ਕਹਿ ਰਹੀਆਂ ਨੇ ਕਿ ਗੱਠਜੋੜ ਹੋਵੇਗਾ, ਪਰ ਆਮ ਆਦਮੀ ਪਾਰਟੀ ਇਕੱਲੀ ਅਜਿਹੀ ਹੈ ਜਿਹੜੀ ਪੱਟਾਂ ਤੇ ਥਾਪੀਆਂ ਮਾਰ ਕੇ ਕਹਿ ਰਹੀ ਅਸੀਂ ਇਕੱਲੇ ਹੀ ਬਹੁਮਤ ਲੈ ਕੇ ਜਾਵਾਂਗੇ। ਚਲੋ ਜੇ ਲੈ ਜਾਂਦੇ ਨੇ ਤਾਂ ਸਰਕਾਰ ਬਣ ਜਾਵੇਗੀ, ਪਰ ਜੇਕਰ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਦੀ ਤਾਂ ਇਸ ਦੇ ਵਿੱਚ ਰਾਜਪਾਲ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਕੇਂਦਰ ਦੇ ਹੀ ਨੁਮਾਇੰਦਗੀ ਕਰਦੇ ਨੇ ਰਾਜਪਾਲ ਵੀ। ਬੀਤੇ ਦਿਨਾਂ ਦੇ ਵਿੱਚ, ਪਿਛਲੇ ਸਮੇਂ ਦੇ ਵਿੱਚ ਇਤਿਹਾਸ ਨੂੰ ਫਰੋਲੀਏ ਤਾਂ ਉਹਨਾਂ ਦੇ ਉੱਤੇ ਵੀ ਇਲਜ਼ਾਮ ਲੱਗਦੇ ਰਹੇ ਨੇ, ਤਾਂ ਇਸ ਦੇ ਵਿੱਚ ਰਾਜਪਾਲ ਦੀ ਭੂਮਿਕਾ ਕੀ ਹੋਵੇਗੀ? ਖਾਨ ਸਾਹਿਬ ਦੇਖੋ, ਜਦੋਂ ਹੰਗ ਅਸੈਂਬਲੀ ਆ ਜਾਂਦੀ ਹੈ ਤਾਂ ਉਹਦੇ ਵਿੱਚ ਰਾਜਪਾਲ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਰਾਜਪਾਲ ਆਪਾਂ ਸਾਰੇ ਜਾਣਦੇ ਹਾਂ ਕਿ ਜਿਹਦੀ ਸਰਕਾਰ ਸੈਂਟਰ ਦੇ ਵਿੱਚ ਹੁੰਦੀ ਹੈ ਉਸੇ ਪਾਰਟੀ ਦਾ ਹੀ ਰਾਜਪਾਲ ਹੁੰਦਾ ਹੈ। ਸੋ ਇਸ ਕਰਕੇ ਰਾਜਪਾਲ ਦੀ ਕੋਸ਼ਿਸ਼ ਹੁੰਦੀ ਹੈ ਕਿ ਸੈਂਟਰ ਵਾਲੀ ਪਾਰਟੀ ਜਿਹੜੀ ਹੈਗੀ ਹੈ ਸੱਤਾ ਦੇ ਵਿੱਚ ਹੈ, ਉਸ ਨੂੰ ਫਾਇਦਾ ਦਿੱਤਾ ਜਾਏ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਸੋ ਇਸ ਕਰਕੇ ਆਪਾਂ ਉਮੀਦ ਕਰਦੇ ਹਾਂ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਹੰਗ ਅਸੈਂਬਲੀ ਡਿਵੈਲਪ ਹੁੰਦੀ ਹੈ ਤਾਂ ਉਹਦੇ ਵਿੱਚ ਰਾਜਪਾਲ ਦਾ ਰੋਲ ਇਹੀ ਰਹੇਗਾ ਕਿ ਉਹ ਬੀਜੇਪੀ ਨੂੰ ਜਾਂ ਕੈਪਟਨ ਸਾਹਿਬ ਦੀ ਜਿਹੜੀ ਨਵੀਂ ਪਾਰਟੀ ਹੈ ਜਾਂ ਸੰਯੁਕਤ ਅਕਾਲੀ ਦਲ ਹੈ, ਉਹਨਾਂ ਨੂੰ ਕੋਈ ਨਾ ਕੋਈ ਸਿੱਧੇ ਜਾਂ ਸਿੱਧੇ ਤੌਰ ਤੇ ਫਾਇਦਾ ਪਹੁੰਚਾਉਂਦੇ ਤੁਹਾਨੂੰ ਨਜ਼ਰ ਆ ਸਕਦੇ ਆ। ਖਾਨ ਸਾਹਿਬ ਜੀ ਬਿਲਕੁਲ। ਸੋ ਨਤੀਜਿਆਂ ਦਾ ਇੰਤਜ਼ਾਰ ਸਭ ਨੂੰ ਆ। ਮਹਿਜ ਵਿਚਾਲੇ 2 ਦਿਨ ਰਹਿ ਗਏ ਨੇ, ਉਸ ਤੋਂ ਬਾਅਦ ਸਾਫ਼ ਹੋ ਜਾਵੇਗਾ ਕਿ ਆਖਿਰ ਕਿਹੜੀ ਪਾਰਟੀ ਲੋਕਾਂ ਦੇ ਉੱਤੇ ਰਾਜ ਕਰੇਗੀ, ਬਹੁਮਤ ਮਿਲਦੀ ਆ ਜਾਂ ਫਿਰ ਨਹੀਂ ਮਿਲਦੀ, ਕਿਹੜੀ ਪਾਰਟੀ ਕਿੰਨੀਆਂ ਸੀਟਾਂ ਤੇ ਬਾਜੀ ਮਾਰਦੀ ਆ, ਕਿਹਦੇ ਨਾਲ ਗੱਠਜੋੜ ਹੁੰਦਾ। ਬਸ 10 ਤਰੀਕ ਨੂੰ ਜਿਹੜਾ ਆ 10 ਮਾਰਚ ਨੂੰ ਇਹ ਸਭ ਕੁਝ ਸਾਫ਼ ਹੋ ਜਾਵੇਗਾ। ਡਾਕਟਰ ਸਾਹਿਬ, ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਖਾਨ ਸਾਹਿਬ।
ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਮਾਂ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਪਲ ਪਲ ਦੀ ਜਾਣਕਾਰੀ ਦੇ ਲਈ ਤੁਸੀਂ ਲਗਾਤਾਰ ਰੋਜ਼ਾਨਾ ਲੋਕਨਾਥ ਟੀਵੀ ਦੇ ਨਾਲ ਜੁੜੇ ਰਹੋ ਤੇ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਤੁਹਾਡੇ ਸਕੇ ਸੰਬੰਧੀ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਦੇ ਕੋਲ ਸਹੀ ਸਪਸ਼ਟ ਤੇ ਸਟੀਕ ਜਾਣਕਾਰੀ ਪਹੁੰਚਦੀ ਰਹੇ। ਦਿਓ ਇਜਾਜ਼ਤ, ਧੰਨਵਾਦ।